एक ओंकार सतगुरु प्रसाद। कहो नानक गुर कृपा धारे, हिरदा सुत ब्रह्म विचारे। तजो सब भरम भजो पार ब्रह्म, नानकी अटल धर्म। सत संग मिल हर साध आया, गुरमुख ब्रह्म पछाता। सत संतोखा धरो ध्यान, कथनी कथिए ब्रह्म ज्ञान। कल युग में एक नाम आधार, नानक बोले ब्रह्म विचार। ब्रह्म विचार विचारे कोय, नानक तांकी परमगत होए। बाबा जी मैं प्रश्न कर दी हूँ। ज्योति चंद सूरज दय ज्योत स्वरूप, ज्योति अंदर ब्रह्म अनूप। करो रे ज्ञानी ब्रह्म विचार, ज्योति अंदर तरया पसार। ये प्रश्न है जिहड़ा समष्टि और व्यष्टि का इस ज्ञान है। समष्टि माना ईश्वर, व्यष्टि माना जीव, उपाधि प्रसन्न उपाधि युक्त। इसका उत्तर भी करते हैं। और अज पहला ये थोड़ा सा विचारो भी अज जहां तक देश दुनिया वस रही है, उथों तक ही सिख भाईचारा और असिख भाईचारा सारे नानक देव जी महाराज दे अवतार पुरब ते सारे ही प्रसन्नता दे पात्र हैं। सारे ही याद कर रहे हैं, यथा सख्त इस दे पुरब दियां खुशियां मना रहे हैं। सो नानक जी महाराज बारे असी थोड़ा बहुता विचार करना है। ते ये भी जिहड़ा प्रश्न कीता है, प्रश्न नहीं ये बाणी है। बाणी वास्तविक दे विच प्रश्न ते उत्तर रूप है। कुछ इहो जिहा केवल प्रश्न है, उत्तर संत लोकां नूं करना पैंदा है। सो असी पहला ये चीज ते आ जाओ भी नानक जी महाराज दे पुरब दी एक लोक रीत है कि सारे भैन भरा जिथों तक मानव जाति बैठी है, सबनूं इसकी कोटान कोट बधाई है। और सारिਆਂ ਦਾ किरपा करे ईश्वर, हिरदे शुद्ध होण और शुद्ध हिरदे दे विच ब्रह्म विचार करके ब्रह्म रूप ही हो जाण। ब्रह्म स्वरूप का नाम अमृत है। ते अंतःकरण तो लै करके इंद्री बुद्धि मान इन्हां दे भोग पंच भूत ये सारे मृत्यु है। नानक जी की महिमा इस करके है, नानक जी ने इन्हां दा निर्णय किया। नानक जी का पहला सिद्धांत लो, बहुत लोग देश दुनिया दे विच इतिहास सुना रहे है। कोई लोग उन्होंने जीवन दे विच जो जो लीला करतब किया उस दी महिमा गा रहे। कई लोग नानक जी दे शरीर की महिमा गा रहे हैं और कई लोग उन्हां दे विचारधारा की उस्तुति कर रहे हैं और कई थोड़े विरले वो है कि जिहड़े नानक जी दे वास्तविक
ਸਰੂਪ ਦੇ ਵਿਚਾਰ ਕਰ ਰਹੇ ਆ ਕਿ ਨਾਨਕ ਜੀ ਦਾ ਵਾਸਤਵਿਕ ਸਰੂਪ ਕੀ ਹੈ। ਜੋ ਨਾਨਕ ਜੀ ਦਾ ਵਾਸਤਵਿਕ ਸਰੂਪ ਹੈ ਉਹ ਬਤਾਇਆ ਗਿਆ ਕਿ ਨਾਨਕ ਇਹ ਕਿਸੇ ਸਰੀਰ ਦਾ ਨਾਮ ਨਹੀਂਗਾ। ਨਾਨਕ ਸ਼ਬਦ ਹੈ ਜਿਹੜਾ, ਇਹਦਾ ਮਤਲਬ ਹੈ ਨਾਨਕ। ਜਿਹੜਾ ਨਾਨਕ ਹੈ ਉਹਦਾ ਮਤਲਬ ਹੈ ਏਕ। ਤਾਂ ਇੱਥੋਂ ਹੋ ਗਿਆ ਕਿ ਨਾਨਕ ਕਹਿਣਾ ਮਾਨਾ ਈਸ਼ਵਰ। ਈਸ਼ਵਰ ਏਕ ਹੈ। ਤਾਂ ਅਨੇਕ ਦਾ ਨਿਸ਼ੇਧ ਕੀਤਾ ਹੈ। ਸਾਡੀ ਪ੍ਰਚਲਿਤ ਭਾਸ਼ਾ 'ਚ ਨਾਮ ਧਰਿਆ ਗਿਆ ਨਾਨਕ। ਇਹ ਵਿਸ਼ੇਸ਼ਣ ਹੈ ਨਾਨਕ ਦੇ ਸਰੂਪ ਦਾ ਕਿ ਨਾਨਕ। ਔਰ ਸੁਰਤੀ ਸ਼ਾਸਤਰ ਨੇ ਇਹ ਗੱਲ ਕਹੀ। ਇਹ ਇੱਕ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਲੇਖ ਦੇ ਵਿੱਚ ਵੀ ਇਹ ਆਈ ਹੈ ਕਿ ਨਾਨਕ ਕਿਸ ਨੂੰ ਕਹਿੰਦੇ ਕਿ ਅਨਕੰ ਨਾ ਬਿਦਤੇ ਜਿਸ ਮਨ ਸਾਸੋ ਨਾਨਕਾ। ਜਿਸ ਦੇ ਵਿੱਚ ਅਨੇਕ ਗੁਣਾ ਨਾ ਹੋਵੇ ਤਾਂ ਉਹ ਹੋ ਗਿਆ ਨਾਨਕ। ਉਹਦਾ ਮਾਨਾ ਅਨੇਕ ਗੁਣਾ ਨਾ ਹੋਵੇ, ਇਹ ਹੀ ਸ਼ਬਦ ਹੈ ਨਾਨਕ ਕੇ ਨਾ ਅਨੇਕ। ਤਾਂ ਜਿਸ ਦੇ ਵਿੱਚ ਅਨੇਕ ਗੁਣਾ ਨਹੀਂਗਾ ਉਹ ਨਾਨਕ ਦਾ ਸਰੂਪ ਆਤਮਾ ਹੈ। ਅਗਰ ਜੇ ਅਸੀਂ ਨਾਨਕ ਦੇ ਸਰੀਰ ਨੂੰ ਨਾਨਕ ਆਖਾਂਗੇ ਤਾਂ ਸਰੀਰ ਨਾਨਕ ਦੇ ਦੁਜਾਤੀ ਬਹੁਤ ਹੈ। ਜਿਸ ਨੂੰ ਨਾਨਕ ਕਿਹਾ ਗਿਆ, ਨਾਨਕ ਸਜਾਤੀ ਵਿਜਾਤੀ ਸੁਗਤ ਭੇਦ ਸੇ ਰਹਿਤ ਇੱਕ ਸਤਾ ਹੈ। ਉਹ ਸਤਾ ਜਿਹੜੀ ਹੈ ਕੁਝ ਸਮੇਂ ਲਈ ਜੀਵਨ ਦੇ ਆਧਾਰ ਲਈ ਔਰ ਸਰਗੁਣ ਸਰੂਪ ਹੋ ਕਰਕੇ ਜਨਤਾ ਨੂੰ ਕੁਝ ਦੱਸਣੇ ਲਈ, ਜਨਤਾ ਨੂੰ ਅੰਧਕਾਰ ਚੋਂ ਕੱਢਣ ਵਾਸਤੇ, ਆਪਣੇ ਗਿਆਨ ਦਾ ਉਜਾਲਾ ਕਰਨ ਵਾਸਤੇ ਅਸੀਂ ਲੋਕ ਕਹਾਂਗੇ ਕਿ ਨਾਨਕ ਜੀ ਇੰਨੇ ਵਰੇ ਜਿਵੇਂ ਇੰਨੇ ਵਰੇ ਐਸ ਸੰਨ ਚ ਨਾਨਕ ਜੀ ਦਾ ਸਰੀਰ ਪ੍ਰਗਟ ਹੋਇਆ। ਤਾਂ ਜੋ ਨਾਨਕ ਜੀ ਦਾ ਸਰੂਪ ਹੈ ਉਹ ਸਰੂਪ ਨੂੰ ਕੀ ਕਿਹਾ? ਉਸ ਰੂਪ ਦੀ ਅਪੇਖਿਆ ਸੇ ਇੱਕ ਛਿਣ ਮਾਤਰ ਹੀ ਨਾਨਕ ਦਾ ਸਰੀਰ ਹੈ। ਵਿਰਾਟ ਦੀ ਈਸ਼ਵਰ ਦੀ ਅਪੇਖਿਆ ਸੇ ਨਾਨਕ ਜੀ ਦੇ ਜਿਹੜੇ 50-60 ਸਾਲ ਹੈ ਇਹ ਇੱਕ ਛਿਣ ਮਾਤਰ ਹੈ। ਨਾਨਕ ਜੀ ਛਿਣ ਮਾਤਰ ਅਵਤਾਰ ਹੋ ਕੇ ਉਪਦੇਸ਼ ਕੀਤਾ। ਅਸੀਂ ਆਪ ਨੂੰ ਪ੍ਰਛਿਨ ਸਮਝਦੇ ਹਾਂ, ਆਪ ਦੀ ਆਯੂ ਮੰਨੀ ਬੈਠੇ ਹਾਂ। ਇਸ ਕਰਕੇ ਸਾਨੂੰ ਵੀ ਲੱਗਦਾ ਵੀ ਨਾਨਕ ਜੀ ਲੰਬਾ ਸਮਾਂ ਜਨਤਾ ਨੂੰ ਉਪਦੇਸ਼ ਕਰਦੇ ਰਹੇ। ਇਹਦੀ ਇੱਕ ਬਹੁਤ ਭਾਰੀ ਫਿਲਾਸਫੀ ਹੈ, ਸਮਝਣ ਵਾਲੀ ਗੱਲ ਹੈ। ਤਾਂ ਇਸ ਲਈ ਕਿਹਾ ਕਿ ਜੇ ਨਾਨਕ ਜੀ ਦੀ ਉਮਰ ਵੇਖੀਏ ਕਿੰਨੀ ਕੁ ਸੀ, ਤਾਂ ਨਾਨਕ ਜੀ ਦੀ ਜਿਸ ਦੀ ਉਮਰ ਨਾਨਕ ਦੇ ਵਾਸਤਵਿਕ ਸਰੂਪ ਵੱਲ ਨੂੰ ਜਾਈਏ ਤਾਂ ਉਸ ਬਾਰੇ ਕੀ ਸੁਰਤੀ ਨੇ ਕਿਹਾ, ਸੰਤ ਲੋਕਾਂ ਨੇ ਕੀ ਕਿਹਾ ਅਤੇ ਕੋਟੀ ਕਲਪ ਸੋ ਬਰਮਾ ਹੋ ਗਏ। ਕਰੋੜਾਂ ਬਰਮੇ ਹੋ ਗਏ ਨਾਨਕ ਜੀ ਦੇ ਇੱਕ ਛਿਣ ਦੇ ਵਿੱਚ। ਕੋਟੀ ਕਲਪ ਸੋ ਬਰਮਾ ਹੋ ਗਏ 10 ਕੋਟੀ ਕਨਹਾਈ। 56 ਕੋਟ ਸੋ ਯਾਦਵ ਹੋ ਗਏ ਨਾਨਕ ਦੀ ਏਕ ਭਲਾਈ।
ਨਾਨਕ ਜੀ ਦੇ ਇੱਕ ਪਲ ਦੇ ਵਿੱਚ ਇੰਨਾ ਕੁਝ ਹੋ ਗੁਜ਼ਰਿਆ, ਬਰਮੇ ਕਲਪਾਂ ਪਰਯੰਤ ਹੋ ਗਏ। ਤੇ ਉਸ ਨਾਨਕ ਦੀ ਕਿਹੜੀ ਉਮਰ ਤੇ ਕੀ ਦੱਸੋਗੇ, ਕੀ ਰਿਹਾ? ਇਹ ਸਰਗੁਣ ਸਰੂਪ ਦਾ ਇੱਕ ਲੀਲਾ ਹੈ। ਅਸੀਂ ਨਾਨਕ ਨੂੰ ਇਹ ਸਰੂਪ ਮੰਨੋ। ਕੋਈ ਕਾਲੂ ਦਾ ਪੁੱਤਾ ਦਾ, ਕੋਈ ਕਿਸੇ ਦਾ ਆਦਾ, ਇਹ ਉਹਨਾਂ ਨੂੰ ਆਖਣਾ ਹੀ ਬਣਦਾ ਕਿ ਜਿਹੜੇ ਨਾਨਕ ਜੀ ਦੀ ਵਾਸਤਵਿਕਤਾ ਨੂੰ ਨਹੀਂ ਪਹਿਚਾਣਦੇ। ਕਿਉਂ? ਨਾਨਕ ਜੀ ਦੇ ਸਰੂਪ ਦੇ ਵਿੱਚ ਨਾ ਕੋਈ ਮਾਂ ਹੈ, ਨਾ ਕੋਈ ਬਾਪ ਹੈ, ਨਾ ਕੋਈ ਜਨਤਾ ਹੈ, ਨਾ ਕੋਈ ਸ੍ਰਿਸ਼ਟੀ ਹੈ। ਤਾਂ ਕਿਉਂਕਿ ਇੱਕ ਅਦੁੱਤੀ ਸਤਾ ਹੈ, ਇਹੀ ਸਤਾ ਨੂੰ ਨਾਨਕ ਕਿਹਾ। ਇਹੀ ਸਤਾ ਸਭ ਦਾ ਸਰੂਪ ਹੈ। ਔਰ ਨਾਨਕ ਜੀ ਨੇ ਵੀ ਜਨਤਾ ਵਾਂਗੂ ਜਨਤਾ ਵਾਲਾ ਰੂਪ ਇੱਕ ਛਿਨ ਚ ਬਣਾ ਕੇ ਇਹ ਜਨਤਾ ਦੇ ਲੋਕਾਂ ਨੂੰ ਉਪਦੇਸ਼ ਕੀਤਾ। ਕੀ ਉਪਦੇਸ਼ ਕੀਤਾ? ਜੋ ਨਾਨਕ ਜੀ ਨੇ ਪਹਿਲੀ ਚੋਟ ਕੀਤੀ। ਨਾਨਕ ਜੀ ਨੇ ਵੇਖਿਆ ਕਿ ਦੇਸ਼ ਦੇ ਵਿੱਚ ਬੜੇ ਬੜੇ ਸੰਤ ਲੋਕ, ਜਿਨ੍ਹਾਂ ਦਾ ਇੱਕ ਬ੍ਰਹਮ ਪ੍ਰਤੀ ਵਿਚਾਰ ਸੀ, ਸ੍ਰਿਸ਼ਟੀ ਦੇ ਵਿੱਚੋਂ ਖੋਜ ਕਰ ਰਹੇ ਸੀ। ਖੋਜ ਦੇ ਵਿੱਚ ਕੀ ਸੱਤ ਕੀ ਹੈ ਤੇ ਅਸੱਤ ਕੀ ਹੈ, ਇਹ ਭਾਗ ਹੋ ਗਏ। ਇੱਕ ਮਿਥਿਆ ਭਾਗ ਹੈ, ਇੱਕ ਸੱਚਾ ਭਾਗ ਹੈ। ਇਹਦੇ ਵਿਭਾਜਨ ਨੂੰ ਵਿਚਾਰਨ ਵਾਲਿਆਂ ਦਾ ਨਾਮ ਭਗਤ ਧਰਤਾ। ਭਗਤ ਕੋਈ ਮਾਮੂਲੀ ਪਦ ਨਹੀਂ ਗਾ। ਇਹ ਲੋਕਾਂ ਨੂੰ ਨਾ ਪਤਾ ਹੋਣ ਕਰਕੇ ਉਹ ਅਲੱਗ ਬਾਤ ਹੈ। ਅੱਖਾਂ ਮੀਚ ਕੇ ਬਹਿ ਗਏ ਜੀ ਭਗਤੀ ਕਰਦਾ। ਭਗਤ ਨਾਮ ਹੈ ਸਤ ਤੇ ਅਸਤ ਦੀ ਵਿਚਾਰ ਕਰਕੇ, ਮਿਥਿਆ ਵਸਤੂ ਨੂੰ ਅਧਿਆਸਤ ਕਰਕੇ ਜਣਾ ਰਿਹਾ, ਤੇ ਸਤ ਵਸਤੂ ਨੂੰ ਆਪਣਾ ਸਰੂਪ ਕਰਕੇ ਜਣਾ ਰਹੇ। ਤੇ ਨਾਨਕ ਜੀ ਦੇ ਪ੍ਰਗਟਾਵੇ ਤੋਂ ਪਹਿਲਾਂ ਸਮਝ ਲਓ ਫਰੀਦ ਜੀ, ਕਬੀਰ ਜੀ, ਨਾਮਦੇਵ ਜੀ, ਜੈਦੇਵ ਜੀ, ਇਤਿਹਾਦਕ ਲੈ ਕੇ ਸਦਨਾ ਜੀ, ਸੈਣ ਜੀ, ਇਹ ਸਾਰੇ ਸੰਤ ਸਤ ਦੇ ਤੇ ਅਸਤ ਦੇ ਨਿਰਣਾ ਕਰਨ ਵਾਲੇ ਸੀ। ਔਰ ਇਹ ਸੰਤ ਵੀ ਉਹ ਉੱਠੇ ਸੀ ਜਿਨ੍ਹਾਂ ਨੂੰ ਲੋਕ ਜਿਹੜੇ ਦਵੈਸ਼ ਦੇ ਵਿੱਚ ਨੀਚ ਬੋਲਦੇ ਸੀ। ਨੀਚ ਦਾ ਪਰਿਭਾਸ਼ਕ ਸ਼ਬਦ ਹੋਰ ਹੈ ਔਰ ਲੋਕ ਭਾਸ਼ਕ ਸ਼ਬਦ ਹੋਰ ਹੈ। ਇਹ ਕੰਮ ਚੰਗੇ ਕਰਦੇ ਸੀ, ਉੱਤਮ ਕਰਮ ਕਰਦੇ ਸੀ, ਤੇ ਇਹ ਨੀਚ ਕਿਵੇਂ ਹੋ ਗਏ? ਨੀਚ ਤਾਂ ਉਹ ਹੁੰਦਾ ਹੈ ਕਿ ਜਿਨ੍ਹਾਂ ਦੇ ਗੰਦੇ ਕਰਮ ਹੋਣ। ਜਿਹੜੇ ਉੱਤਮ ਕਰਮ ਕਰਦੇ ਐ, ਇਹਨਾਂ ਨੂੰ ਜਿਨ੍ਹਾਂ ਦੀ ਪਹਿਲਾਂ ਦੇਸ਼ ਦੇ ਵਿੱਚ ਚੌਧਰ ਸੀ, ਉਹ ਨੀਚ ਕਹਿੰਦੇ ਸੀ। ਉਹਨਾਂ ਦੇ ਸ਼ਬਦਾਂ ਦੇ ਪ੍ਰਭਾਵ ਹੇਠ ਆ ਕੇ ਇਹ ਸੰਤ ਲੋਕ ਨੀਚ ਇਹਨਾਂ ਨੂੰ ਕਹਿਤਾ। ਨਾਨਕ ਜੀ ਉਹਨਾਂ ਦੇ ਅਨੁਭਵ ਨੂੰ, ਉਹਨਾਂ ਦੇ ਵਿਚਾਰ ਨੂੰ ਪਰਖ ਕਰਦੇ ਸੀ। ਨਾਨਕ ਜੀ ਉਹਨਾਂ ਤੋਂ ਪਹਿਚਾਤ ਸਰੀਰ ਹੋਇਆ। ਨਾਨਕ ਜੀ ਨੇ ਉਹਨਾਂ ਦੇ ਵਿਚਾਰਧਾਰਾ ਨੂੰ ਪ੍ਰਾਥਮਿਕਤਾ ਦਿੱਤੀ, ਜਿਸ ਕਰਕੇ ਨਾਨਕ ਜੀ ਦਾ ਰੁਝਾਨ ਉਧਰ ਸੀ। ਨਾਨਕ ਜੀ ਜਿਨ੍ਹਾਂ ਦੇ ਵਿੱਚੋਂ ਸਿਰ ਬੋਲਿਆ ਕਿ ਉੱਚੀ ਕੁਲ ਵਾਲੇ ਮੰਨਦੇ ਆ, ਉਹਨਾਂ ਦੇ ਸੀ। ਔਰ ਨਾਨਕ ਜੀ ਦਾ ਜਿਹੜਾ ਰੁਝਾਨ ਖਿੱਚ ਸੀ, ਇਹ ਉਧਰ ਸੀ ਜਿਨ੍ਹਾਂ ਨੂੰ ਉੱਚੀ ਕੁਲ ਵਾਲਿਆਂ ਨੇ ਆਪਣੇ ਅਭਿਮਾਨ ਦੇ ਵਿੱਚ ਨੀਚ ਕਹਿ ਕੇ ਉਤਾਰਿਆ ਸੀ। ਤੋ ਜਦੋਂ ਅੰਤ ਨੂੰ ਫੈਸਲਾ ਹੋਇਆ ਨਾਨਕ ਜੀ ਨੂੰ ਵੀ ਤੁਸੀਂ ਕਿਸ ਨੂੰ ਪੱਖ ਰੱਖਦੇ ਆ, ਕਿਸ ਨੂੰ ਮੁੱਖ ਰੱਖਦੇ,
ਤਾਂ ਨਾਨਕ ਜੀ ਨੇ ਇਹਨਾਂ ਸੰਤਾਂ ਵੱਲ ਇਸ਼ਾਰਾ ਕੀਤਾ ਅਖੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤੀ ਨੀਚ। ਇਹ ਪੰਡਤ ਲੋਕ, ਇਹ ਚੌਧਰੀ ਲੋਕ, ਜਿਨ੍ਹਾਂ ਨੂੰ ਨੀਚ ਕਰਕੇ, ਨੀਚ ਮੈਨਾ ਨੀਵੇਂ, ਨੀਚੇ, ਅੱਜ ਉੱਚੇ ਨੀਵੇਂ ਆ ਗਿਆ। ਉਸ ਤੋਂ ਵੀ ਉੱਪਰ ਨੀਚੇ ਭਾਸ਼ਾ ਚੱਲਦੀ ਸੀ ਪ੍ਰਚਲਿਤ। ਨੀਚੇ ਮੈਨਾ ਕੀ ਸੀਗਾ ਕਿ ਜਿਨ੍ਹਾਂ ਨੂੰ ਲੋਕ ਨੀਚੇ ਸਮਝਦੇ ਆਪ ਤੋਂ ਨਾਨਕ ਜੀ ਨੇ प्रत्यक्ष रूप से प्रकट करता कि नीचा अंदर नीच जात, नीची हूं अति नीच। इदू कि थोनू लगता है उच्चे समझण वालियां नूं, तां अंत नूं फैसला देता कि नानक तिन कै संग साथ वड्डियां से क्या रीस। असीं जिहड़े वड्डे समझदे उन्हां दी रीस नहीं करदे, ਤਾਂ ਅਸੀਂ ਜਿਨ੍ਹਾਂ ਨੂੰ ਨੀਵੇਂ ਸਮਝਦੇ ਸਾਡਾ ਸਾਥ ਉਹਨਾਂ ਨਾਲ ਹੈ। ਤਾਂ ਅੱਜ ਨਾਨਕ ਜੀ ਦਾ ਪੁਰਬ ਹੈ। ਇਸ ਪੁਰਬ ਤੋਂ ਨਾਨਕ ਜੀ ਦੇ ਇਸ ਸਿਧਾਂਤ ਨੂੰ ਦੇਸ਼ ਦੁਨੀਆ ਦੇ ਲੋਕ ਪਕੜਨ ਕਿ ਜਿਨ੍ਹਾਂ ਨੂੰ ਨੀਚੇ ਕਹਿੰਦੇ ਆ, ਇਹ ਸਾਡੇ ਗੁਰੂ ਨੇ ਤਾਂ ਇਹ ਗੱਲ ਕਹੀ ਕਿ ਸਾਡੀ ਮੈਤਰੀ, ਸਾਡਾ ਰੁਝਾਨ, ਸਾਡਾ ਸਾਥ ਇਹਨਾਂ ਨਾਲ ਹੈ। ਤਾਂ ਨਾਨਕ ਨਾਮ ਲੇਵਾ ਜਿੰਨੇ ਵੀ ਹਨ, ਇਹ ਆਪਣੇ ਆਪ ਨੂੰ ਵੇਖਣ ਜੇ ਨਹੀਂ ਇੱਧਰ ਹੈ ਤਾਂ ਇੱਧਰ ਆਪਣਾ ਰੁਝਾਨ ਕਰਨਾ ਚਾਹੀਏ, ਕਿਉਂਕਿ ਗੁਰੂਆਂ ਨੇ ਆਪਣਾ ਰੁਝਾਨ ਇੱਧਰ ਰੱਖਿਆ। ਇਸ ਵਾਸਤੇ ਨਾਨਕ ਜੀ ਨੇ ਇਸ ਫੈਸਲੇ ਦੇ ਵਾਸਤੇ ਨਾਲ ਇਹਨਾਂ ਨੂੰ ਸੰਤਾਂ ਨੂੰ ਪੰਚਾਇਤ ਮੰਨਿਆ। ਪੰਚਾਇਤ ਦੇ ਲੱਛਣ ਨਾਨਕ ਜੀ ਨੇ ਆਪਣੀ ਬਾਣੀ ਦੇ ਵਿੱਚ ਪੰਜ ਪੰਜ ਕਰਕੇ ਕਹੇ ਹੋਏ ਹੈ ਕਿ ਅਖੇ ਪੰਜ ਪਰਵਾਨ, ਪੰਜ ਪ੍ਰਧਾਨ, ਪੰਚੇ ਪਾਵੇ ਦਰਗਹ ਮਾਨ, ਪੰਚੇ ਸੋਹੈ ਦਰ ਰਹਿ ਜਾਨ, ਪੰਚਾਂ ਕਾ ਗੁਰ ਏਕ ਧਿਆਨ। ਉਹਦਾ ਧਿਆਨ ਕਰੋ ਜਿਹੜਾ ਪੰਚਾਂ ਦਾ ਗੁਰੂ ਹੈ। ਗੁਰਮਨਾ ਨਾਮ ਗੁਰੂ ਨਹੀਂ ਕਿਹਾ, ਗੁਰੂ ਤੇ ਗੁਰ ਚ ਫਰਕ ਹੈ। ਗੁਰ ਨਾਮ ਹੈ, ਸ਼ਾਸਤਰ ਵਿਦਾਂਤ ਕਹਿੰਦਾ ਗੁਰ ਨਾਮ ਚੇਤਨ ਦਾ ਹੈ। ਚੇਤਨ ਦਾ ਨਾਮ ਹੈ ਗਿਆਨ। ਤੋ ਗਿਆਨ ਹੈ ਜਿਹੜਾ, ਇਸ ਅਸੀਂ ਗਿਆਨ ਨੂੰ ਵੇਖਣਾ ਹੈ। ਨਾਨਕ ਜੀ ਨੇ ਇੱਕ ਥੋੜੀ ਸੀ ਮੈਂ ਬਾਤ ਕਰਦੇ ਹਾਂ ਕਿ ਨਾਨਕ ਜੀ ਮਹਾਰਾਜ ਦੀ ਜਪਜੀ ਤੇ ਪ੍ਰਾਣ ਸੰਗਲੀ, ਅਰਜਨ ਦੇਵ ਜੀ ਮਹਾਰਾਜ ਦੀ ਸੁਖਮਨੀ ਤੇ ਚੂੜਾਮਣੀ ਕਵੀ ਸੰਤੋਖ ਸਿੰਘ ਦਾ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼, ਸੰਤ ਨਿਸ਼ਚਲ ਦਾਸ ਜੀ ਦਾ ਵਿਚਾਰ ਸਾਗਰ, ਸੁੰਦਰ ਦਾਸ ਜੀ ਦੀ ਬਿਰਤੀ ਪ੍ਰਪਾਕਰ, ਕ੍ਰਿਸ਼ਨ ਜੀ ਦੀ ਗੀਤਾ, ਵਿਆਸ ਭਗਵਾਨ ਜੀ ਦਾ ਬ੍ਰਹਮ ਸੂਤਰ ਔਰ ਮਹਾਭਾਰਤ ਇਤਿਆਦਿਕ ਲੈ ਕੇ ਸਾਰਿਆਂ ਸੰਤਾਂ ਦੀ ਸਮਸ਼ਟੀ ਸਾਂਝੀ ਬਾਣੀ ਗੁਰੂ ਗ੍ਰੰਥ ਸਾਹਿਬ। ਇਹਦੋਂ ਉੱਤੇ ਪਹਿਚਾਤ ਕੋਈ ਲਿਖ ਨਹੀਂ ਸਕਿਆ। ਸਾਰੇ ਇਹਨਾਂ ਦੇ ਗ੍ਰੰਥਾਂ ਨੂੰ ਮੁੱਖ ਰੱਖ ਕੇ ਅੱਗੇ ਤੁਰ ਰਹੇ। ਇਹਨਾਂ ਦੇ ਬਰਾਬਰ ਕੋਈ ਬਾਣੀ ਨਹੀਂ ਲਿਖ ਸਕਿਆ। ਇਹ ਇਹਨਾਂ ਦੀ ਮਹਿਮਾ ਹੈ। ਨਾਨਕ ਜੀ ਨੇ ਜਪਜੀ ਲਿਖਿਆ, 39ਵਾਂ ਸ਼ਲੋਕ ਹੈ ਜਿਹੜਾ, ਉਹਦੇ ਵਿੱਚ ਸੰਪਟ ਕਰਤਾ, ਸਭ ਕੁਝ ਬੰਦ ਕਰਤਾ।
ਜਿਸ ਦੇ ਵਿੱਚ ਐਸੀ ਮਹਿਮਾ ਭਰਤੀ ਕਿ ਕੀ ਇੱਥੇ ਸਾਰਾ ਵਿਰਾਟ, ਸਾਰਾ ਹਿਰਣਗਰਭ, ਸਾਰਾ ਈਸ਼ਵਰ, ਸਾਰੀ ਪ੍ਰਕਿਰਤੀ, ਸਾਰੀ ਵਿਕਿਰਤੀ ਔਰ ਸਾਰੀ ਮਾਇਆ ਔਰ ਸਾਰਾ ਵਿਸ਼ਿਸ਼ਟ ਚੇਤਨ ਤੇ ਸਾਰਾ ਅਦੁੱਤੀ ਚੇਤਨ ਦਾ ਬੋਧ ਉਹਦੇ ਚ ਭਰਤਾ, ਜਿਹਦੇ ਵਿੱਚ ਕਹਿਤਾ ਇੱਥੋਂ ਸ਼ੁਰੂ ਕੀਤਾ ਕਿ ਪਾਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਇਹ ਇੱਕ ਵਿਸ਼ੇਸ਼ਣ ਲਾਤੇ। ਐਸਾ ਸ਼ਲੋਕ ਹੈ ਜਿਹੜਾ ਇਹਦੀ ਖੋਜ ਕਰ ਰਹੇ। ਇਸੇ ਸ਼ਲੋਕ ਦੇ ਵਿੱਚ ਹੀ ਜਿਹੜਾ ਸਭ ਕੁਝ ਆ ਗਿਆ। ਜਿਹੜਾ ਪ੍ਰਸ਼ਨ ਹੋਇਆ ਕਿ ਨਾਨਕ ਜੀ ਮਹਾਰਾਜ ਦੀ ਬਾਣੀ ਕਹਿੰਦੀ, ਦਰਸ਼ਨਾਂ ਨੇ ਪ੍ਰਸ਼ਨ ਕੀਤਾ ਕਿ ਚੰਦ ਸੂਰਜ ਦੋਏ ਜੋਤ ਸਰੂਪ। ਤਾਂ ਇਹ ਵੇਖਣਾ ਹੈ ਵੀ ਗੁਰੂ ਲੋਕ ਕਿਸ ਨੂੰ ਗੱਲ ਕਰਦੇ, ਦ੍ਰਿਸ਼ਟਾਂਤ ਕੀ ਹੈ ਤੇ ਦਾਰਸ਼ਟਾਂਤ ਕੀ ਹੈ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਦਰ ਬ੍ਰਹਮ ਅਨੂਪ, ਕਰੋ ਰੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਦਰ ਧਰਿਆ ਪਸਾਰ। ਜੈਸੇ ਨਾਨਕ ਜੀ ਨੇ ਸਾਰਾ ਪਸਾਰਾ ਸ਼ਲੋਕ ਚ ਕਰਤਾ, ਇਹਦੇ ਚ ਵੀ ਆ ਗਿਆ ਕਿ ਜੋਤੀ ਸਰੂਪ ਦੇ ਵਿੱਚ ਸਾਰਾ ਪਸਾਰਾ ਹੈ। ਤਾਂ ਇਹ ਇੱਕ ਮਹਾਨ ਵਿਚਾਰ ਸ਼ਬਦ ਹਨ। ਤਾਂ ਅਸੀਂ ਇਹਦੀ ਥੋੜੀ ਜਿਹੀ ਸੰਖੇਪ ਵਿਚਾਰ ਕਰਦੇ, ਕਿਉਂਕਿ ਇਹ ਮੁੰਡਿਆਂ ਦਾ ਥੋੜਾ ਰੁਝਾਨ ਹੈ ਵੀ ਇਹਦੀ ਕੈਸਟ ਬਣਾਈਏ। ਜਿਹੜੇ ਕੈਸਟ ਵਿਚਾਰ ਕੈਸ਼ ਕੀਤੇ ਆ, ਇਹ ਕੋਈ ਹੋਰ ਭੈਣ ਭਰਾ ਵੀ ਸੁਣਦੇ ਆ, ਔਰ ਜੇ ਸੁਣਨਗੇ ਤਾਂ ਫਿਰ ਉਹਨਾਂ ਨੂੰ ਜ਼ਿਆਦੇ ਗੂੜ ਦੀ ਸਮਝ ਨਹੀਂ ਆਉਂਦੀ। ਜਦੋਂ ਜ਼ਿਆਦੇ ਗੂੜ ਨੇ ਬੋਲਦੇ ਤਾਂ ਜਿਹੜੇ ਵੇਦਾਂਤੀ ਲੋਕ ਆ ਇਹ ਥੋੜਾ ਜਿਹਾ ਪਰੇਸ਼ਾਨ ਹੁੰਦੇ ਆ, ਔਰ ਜੇਕਰ ਜ਼ਿਆਦੇ ਗੂੜ ਬੋਲਦੇ ਆ ਤਾਂ ਹੋਰ ਭੈਣ ਭਰਾ ਜਿਹੜੇ ਸਧਾਰਨ ਆ ਉਹ ਥੋੜੇ ਜਿਹੇ ਪਰੇਸ਼ਾਨੀ ਮੰਨਦੇ। ਤੇ ਦੋਵਾਂ ਦਾ ਪੱਖ ਰੱਖ ਕੇ ਸੰਖੇਪ ਜੇ ਰੂਪ ਦੇ ਵਿੱਚ ਇਹ ਬਾਤ ਬੋਲਦੇ ਆ ਕਿ ਕੀ ਕਹਿ ਕਿ ਚੰਦ ਸੂਰਜ, ਚੰਦ ਕੀ ਹੈ ਤੇ ਸੂਰਜ ਕੀ ਹੈ। ਜਿਹੜਾ ਬਾਣੀ ਨੇ ਕਿਹਾ ਇਹਨਾਂ ਤਾਂ ਇਹਨਾਂ ਦੇ ਨਾਮ ਲਏ ਹੈ। ਚੰਦ ਮੈਨਾ ਚੰਦਰਮਾ, ਸੂਰ ਮੈਨਾ ਸੂਰਜ। ਅੱਛਾ, ਇਹ ਨਾਨਕ ਜੀ ਮਹਾਰਾਜ ਨੇ ਇਹ ਚੰਦ ਸੂਰਜ ਦੀ ਇਹਨਾਂ ਦੀ ਗੱਲ ਕੀਤੀ। ਜਿਸ ਸੰਤ ਨੇ ਇਹ ਬਾਤ ਬਤਾਈ ਕਿ ਚੰਦ ਸੂਰਜ ਦੋਏ ਜੋਤ ਸਰੂਪ, ਤੇ ਜਿਨ੍ਹਾਂ ਨੂੰ ਇਹ ਦੱਸੀ, ਜਿਹੜੇ ਇਹ ਸੁਣ ਰਹੇ ਆ, ਤੇ ਉਹਨਾਂ ਨੂੰ ਨਹੀਂ ਪਤਾ ਵੀ ਦੋਏ ਚਾਨਣ ਕਰਦੇ ਆ। ਇਹ ਦੋਨੋਂ ਚਾਨਣ ਕਰਦੇ ਆ। ਤਾਂ ਫਿਰ ਇਹਨਾਂ ਲੋਕਾਂ ਨੂੰ ਜਿਹੜੇ ਚੰਦ ਸੂਰਜ ਦੇ ਚਾਨਣ ਦੇ ਵਿੱਚ ਚੇਸ਼ਟਾ ਕਿਰਿਆ ਕਰਦੇ, ਇਹਨਾਂ ਨੂੰ ਇਹ ਕੀ ਦੱਸਣਾ ਵੀ ਚੰਦ ਵੀ ਪ੍ਰਕਾਸ਼ ਰੂਪ ਹੈ ਜੀ, ਸੂਰਜ ਵੀ ਪ੍ਰਕਾਸ਼ ਰੂਪ ਹੈ। ਤਾਂ ਇੱਥੋਂ ਅਸੀਂ ਇਹ ਸਮਝਣਾ ਇਹਨਾਂ ਗੁਰੂ ਲੋਕਾਂ ਦਾ ਕੁਛ ਔਰ ਪ੍ਰਕਾਰ ਦਾ ਅਭਿਪਰਾਇ ਹੈ। ਤਾਂ ਇਸ ਨੂੰ ਸਮਝਣ ਲਈ ਕੀ ਹੈ, ਸੰਖੇਪ ਰੂਪ ਚ ਕਿਹਾ ਕਿ ਚੰਦ ਮੈਨਾ ਹੈਗਾ ਬੁੱਧੀ ਵਿਸ਼ੇਸ਼ਟ ਚੇਤਨ, ਤੇ ਸੂਰਜ ਹੈਗਾ ਮਾਇਆ ਵਿਸ਼ੇਸ਼ਟ ਚੇਤਨ। ਮਾਇਆ ਵਿਸ਼ੇਸ਼ਟ ਚੇਤਨ ਤੇ ਬੁੱਧੀ ਵਿਸ਼ੇਸ਼ਟ ਚੇਤਨ ਹਨ ਜਿਹੜਾ, ਇਹ ਦੋਨੋਂ ਹੀ ਗਿਆਨ ਸਰੂਪ ਹੈ। ਇਹ ਗਿਆਨ ਸਰੂਪ ਜਿਹੜੇ, ਇਹ ਜਿਸ ਦਾ ਗਿਆਨ ਇਹਨਾਂ ਦੇ ਵਿੱਚ ਪ੍ਰਕਾਸ਼ਿਤ ਹੋ ਰਿਹਾ ਹੈ, ਉਹ ਗਿਆਨ ਤੋਂ ਇਹ ਭਿੰਨ ਨਹੀਂਗੇ। ਜਿਹਦਾ ਗਿਆਨ ਪ੍ਰਕਾਸ਼ ਹੋ ਰਿਹਾ ਉਹ ਸਤਾ ਦਾ ਨਾਮ ਬ੍ਰਹਮ ਹੈ।
ਇਸ ਸਤਾ ਦਾ ਨਾਮ ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਹੋ ਰਿਹਾ ਹੈ, ਇਸ ਨੂੰ ਈਸ਼ਵਰ ਕਿਹਾ ਔਰ ਇਸ ਨੂੰ ਜੀਵ ਕਿਹਾ। ਇਹ ਜੀਵ ਜਿਹੜਾ ਕਿਹਾ ਗਿਆ ਐਸ ਹੱਡ ਮਾਸ ਨੂੰ ਨਹੀਂ ਕਿਹਾ ਗਿਆ। ਇਹ ਵੀ ਸਾਨੂੰ ਗੁਰੂਆਂ ਦੇ ਬਚਨਾਂ ਤੋਂ ਸਮਝਣਾ ਚਾਹੀਏ ਕਿ ਚੰਦ ਸੂਰਜ ਦੋਏ ਜੋਤ ਸਰੂਪ, ਦੋਵੇਂ ਗਿਆਨ ਸਰੂਪ ਹੈ। ਤਾਂ ਜੇ ਅਸੀਂ ਕਹੀਏ ਕਿ ਚੰਦ ਸੂਰਜ ਦੀ ਜੋਤ ਸਰੂਪ ਹੈ, ਪਰ ਇਹਨਾਂ ਦੀ ਜੋਤ ਹੈ ਜਿਹੜੀ ਇਹ ਬ੍ਰਹਿਮੰਡ में व्यापक है, ਇਹ ਭੂਤਾਂ में ਪ੍ਰਕਾਸ਼ਿਤ ਕਰਦੀ ਹੈ। ਇਸ ਸੂਰਜ ਦੀ, ਇਸ ਚੰਦ ਦੀ ਹਿਰਣਗਰਭ ਔਰ ਈਸ਼ਵਰ ਦੇ ਅੰਤਰ ਪ੍ਰਕਾਸ਼ ਕਰਨ ਦੀ ਸਮਰੱਥ ਨਹੀਂ ਗੀ। ਕਿਉਂ ਕਿ ਤੁਹਾਡਾ ਇਹ ਦੇਹ ਹੈ ਜਿਹੜੀ, ਇਸ ਦੇਹ ਦੇ ਵਿੱਚ ਨਾ ਚੰਦਰਮਾ ਦਾ ਪ੍ਰਕਾਸ਼ ਜਾਂਦਾ ਨਾ ਸੂਰਜ ਦਾ ਪ੍ਰਕਾਸ਼ ਜਾਂਦਾ। ਜਿਹੜਾ ਪ੍ਰਕਾਸ਼ ਅੰਦਰ ਬੈਠਾ ਹੈ ਕਿ ਜਿਸ ਨੂੰ ਬੀਤ ਗਏ ਸਮੇਂ ਦੀ ਸਾਰਾ ਗਿਆਨ ਪ੍ਰਕਾਸ਼ ਕਰ ਰਿਹਾ, ਕਿ ਬਾਲਪਨ ਚ ਹਰ ਕੋਈ ਕਹੇ ਮੈਂ ਕੀ ਕਰਦਾ ਸਾਂ, ਮੈਂ ਪੜ੍ਹਿਆ ਸੀ ਜਾਂ ਨਹੀਂ ਪੜ੍ਹਿਆ ਸੀ, ਮੇਰੇ ਕਿਹੋ ਜਿਹੇ ਲੱਛਣ ਸੀ, ਕਿਹੋ ਜਿਹਾ ਜੀਵਨ ਬਤੀਤ ਹੋਇਆ। ਉਹ ਭੂਤ ਹੋ ਗਿਆ। ਉਹ ਭੂਤ ਨੂੰ ਜਿਹੜਾ ਪ੍ਰਕਾਸ਼ ਰਿਹਾ ਉਸ ਨੂੰ ਕਿਹਾ ਜੋਤ ਸਰੂਪ। ਵਰਤਮਾਨ ਨੂੰ ਪ੍ਰਕਾਸ਼ ਰਿਹਾ ਜਿਸ ਦੇ ਅੰਦਰੋਂ ਇਹ ਸਫੁਰਤ ਹੁੰਦਾ ਹੈ ਕਿ ਹੁਣ ਮੈਂ ਕੀ ਕਰ ਰਿਹਾ। ਕਿਰਿਆ ਕਰਨ ਤੋਂ ਪਹਿਲਾਂ ਕੁਛ ਜਿਹਦੇ ਅੰਦਰ ਸਫੁਰਨਤਾ ਹੁੰਦੀ ਹੈ, ਇਹ ਜੋਤ ਸਰੂਪ ਹੈ। ਜੋਤ ਮੈਂ ਨਾ, ਇਹ ਗਿਆਨ ਸਰੂਪ ਹੈ। ਤੇ ਭਵਿੱਖ ਦੀਆਂ ਯੋਜਨਾ ਬਣਾ ਰਿਹਾ ਜਿਹੜਾ ਕਿ ਕੱਲ ਨੂੰ ਇਹ ਕਰਾਂਗੇ, ਅਗਲੇ ਸਾਲ ਇਹ ਕਰਾਂਗੇ। ਇਸ ਦੇ ਪ੍ਰਕਾਸ਼ਨ ਵਾਲੇ ਦਾ ਨਾਂ ਚੰਦ ਹੈ, ਚੰਦਰਮਾ। ਇਹ ਬੁੱਧੀ ਵਿਸ਼ੇਸ਼ਟ ਚੇਤਨ ਜਿਹੜਾ ਇਹ ਇਸ ਦੇ ਗਿਆਨ ਦੇ ਵਿੱਚ, ਇਹ ਬੁੱਧੀ ਵਿਸ਼ੇਸ਼ਟ ਚੇਤਨ ਨੂੰ ਪ੍ਰਸੰਨਤਾ ਦਾ ਪ੍ਰਕਾਸ਼ ਕਹਾਉਣ ਕਰਕੇ ਇਸ ਨੂੰ ਲੋਕ ਭਾਸ਼ਾ ਦੇ ਵਿੱਚ ਜੀਵ ਕਿਹਾ। ਮਾਇਆ ਵਿਸ਼ੇਸ਼ਟ ਚੇਤਨ ਜਿਹੜਾ ਉਹ ਵੀ ਇਸ ਦੇਹ ਦੇ ਅੰਦਰ ਵੀ ਹੈ ਔਰ ਬਾਹਰ ਵੀ। ਇਹ ਅਸੀਂ ਵਿਚਾਰਨਾ ਕਿ ਵੀ ਅੰਦਰ ਵੀ ਹੈ ਤੇ ਬਾਹਰ ਵੀ ਹੈ। ਇਹ ਕਿਹੜਾ ਪ੍ਰਕਾਸ਼ ਹੈ? ਇਹ ਉਹ ਪ੍ਰਕਾਸ਼ ਹੈ ਕਿ ਜਿਸ ਨੂੰ ਸੰਤ ਲੋਕਾਂ ਨੇ ਕਿਹਾ ਕਿ ਮੇਰੀ ਜੋਤ ਕੋ ਪਾਏ ਪ੍ਰਕਾਸ਼ ਦੇਨੇ, ਚੰਦ ਸੂਰਜ ਤੇ ਆਦਲੇ ਹੈਨ ਜੇਤੇ। ਚੰਦ ਸੂਰਜ ਤੋਂ ਤਾਰਾ ਗਣ ਜਿਹੜੇ ਹੈ ਉਹ ਮੇਰੀ ਜੋਤ ਨੂੰ ਲੈ ਕਰਕੇ ਪ੍ਰਕਾਸ਼ਿਤ ਹੋ ਰਹੇ ਆ। ਮੈਂ ਉਹਨਾਂ ਦੇ ਪ੍ਰਕਾਸ਼ ਨਾਲ ਨਹੀਂ ਪ੍ਰਕਾਸ਼ਿਆ ਜਾ ਰਿਹਾ। ਆਪਣੀ ਮਹਿਮਾ ਪਛਾਣੋ। ਨਾਨਕ ਜੀ ਦਾ ਇਹ ਵਾਸਤਵਿਕ ਸਰੂਪ ਸੀ। ਨਾਨਕ ਜੀ ਇਸ ਸਰੂਪ में ਸਥਿਤ ਸੀ। ਉਹ ਜਿਨ੍ਹਾਂ ਨੂੰ ਇਸ ਸਰੂਪ ਦੇ ਨਾਂ ਪਤਾ ਲੱਗਿਆ ਉਹ ਨਾਨਕ ਜੀ ਦੇ ਵਿਚਰਨ में ਖੁਸ਼ ਹੈ। ਜਿਹੜੇ ਵਿਚਰਨ में ਨਾਨਕ ਜੀ ਦੇ में ਖੁਸ਼ ਹੈ ਉਹਨਾਂ ਦਾ ਅੰਤःਕਰਨ ਵੀ ਸ਼ੁੱਧ ਹੁੰਦਾ। ਜਦੋਂ ਪ੍ਰਸੰਨਤਾ ਜਾਗਦੀ ਹੈ ਉਦੋਂ ਹਰ ਇੱਕ ਦੇ ਹਿਰਦੇ ਦੀ ਮੈਲ ਨਸ਼ਟ ਹੁੰਦੀ ਹੈ। ਜਿਹੜੇ ਨਾਨਕ ਜੀ ਦੇ ਸਰੀਰ ਤੇ ਖੁਸ਼ ਹੈ ਉਹਨਾਂ ਦੀ ਵੀ ਮੈਲ ਦੂਰ ਹੁੰਦੀ। ਜਿਹੜੇ ਨਾਨਕ ਜੀ ਦੀਆਂ ਗਤੀਵਿਧੀਆਂ ਤੇ ਖੁਸ਼ ਹੈ ਉਹਨਾਂ ਦੀ ਮੈਲ ਵੀ ਦੂਰ ਹੁੰਦੀ ਹੈ। ਜਿਹੜੇ ਨਾਨਕ ਜੀ ਦੇ ਸਰੂਪ ਤੇ ਖੁਸ਼ ਹੈ ਉਹ ਤਾਂ ਕਿ ਹਰ ਕਾ ਸੇਵਕ ਸੋ ਹਰ ਜਿਹਾ। ਭੇਦ ਨਾ ਜਾਣੋ ਮਾਨਸ ਦੇਹਾ। ਉਹਦੀ ਮਾਨਸ ਦੇਹਤਾ ਜਿਹੜੀ ਸਾਰੀ ਨਸ਼ਟ ਹੋ ਜਾਂਦੀ। ਉਹ ਸੋਏ ਨਾਨਕ ਦੇ ਸਰੂਪ में ਸਮਾ ਜਾਂਦਾ। ਤਾਂ ਨਾਨਕ ਦੇ ਤੇ ਉਸ ਸਰੂਪ ਦੇ ਵਿੱਚ ਭੇਦ ਨਹੀਂ ਰਹਿੰਦਾ। ਕਿਹਦੇ ਵਿੱਚ? ਜਿਹੜਾ ਨਾਨਕ ਜੀ ਦੇ ਸਰੂਪ ਨੂੰ ਪਹਿਚਾਣਦਾ ਤੇ ਜਿਹੜਾ ਨਾਨਕ ਜੀ ਦੀ ਗਤੀਵਿਧੀਆਂ ਨੂੰ ਤੇ ਨਾਨਕ ਜੀ ਦੇ ਕਰਤੱਵ ਨੂੰ ਤੇ ਨਾਨਕ ਜੀ ਦੇ ਜੀਵਨ ਨੂੰ ਤੇ ਸਰੀਰ ਨੂੰ ਵੇਖਦਾ,
ਉਹ ਵੀ ਅਤਿਅੰਤ ਕਫਲ ਤੇ ਲਾਭਕਾਰ ਪ੍ਰਾਪਤ ਹੁੰਦਾ, ਉਹ ਵੀ ਐਵੇਂ ਨਹੀਂ ਜਾਂਦੇ। ਪਰ ਇਹਨਾਂ ਨੂੰ ਸੀਨੇ ਬਸੀਨੇ ਵੇਖਣਾ ਪਊਗਾ ਕਿ ਕਿੰਨਾ ਕਿੰਨਾ ਲਾਭ ਹੈ।